मैं सेंट्रल कोऑपरेटिव बैंक पटियाला तो डायरैक्टर भरपूर सिंह इंडिया। ਅਸੀਂ ਨਾ श्री गुरु अर्जन देव जी ਦੇ शहीदी गुरपुरब ਤੇ ਅਸੀਂ ਆਪਣਾ ਜਥਾ ਲੈ ਕੇ ਆਏ ਹਾਂ। ਜੋੜ ਮੇਲੇ ਦੀਆਂ ਤਕਰੀਬਾਤ ਜਿਹੜੀਆਂ ਨੇ ਹਸਨ ਅਬਦਾਲ ਦੇ ਵਿੱਚ ਸ਼ੁਰੂ ਹੋ ਚੁੱਕੀਆਂ ਨੇ ਔਰ ਜਿਹੜੇ ਛੋਟੇ ਛੋਟੇ ਸਿੱਖ ਯਾਤਰੀ ਨੇ ਉਹ ਆਪਣੀ ਮਜ਼ਹਬੀ ਜਿਹੜੀ ਕਿਤਾਬ ਹੈ ਉਹ ਪੜ੍ਹ ਕੇ ਇਹਨਾਂ ਤਕਰੀਬਾਤ ਦਾ ਜਿਹੜਾ ਉਹਨਾਂ ਆਗਾਜ਼ ਕਰ ਦਿੱਤਾ ਹੈ ਔਰ ਦੁਨੀਆ ਭਰ ਤੋਂ ਜਿਹੜੇ ਸਿੱਖ ਯਾਤਰੀ ਨੇ ਆਪਣੀ ਮਜ਼ਹਬੀ ਰਸਮਾਤ ਅਦਾ ਕਰਨ ਵਾਸਤੇ ਹਸਨ ਅਬਦਾਲ ਪਹੁੰਚ ਚੁੱਕੇ ਨੇ। ਯਾਰ ਇੱਕ ਬੜੀ ਗੱਲ ਅਸੀਂ ਸੋਚਦੇ ਹਾਂ ਪਾਕਿਸਤਾਨੀ ਕਿ ਯਾਰ ਇਹ ਜਿਹੜੇ ਸਾਡੇ ਸਿੱਖ ਮਹਿਮਾਨ ਆਉਂਦੇ ਨੇ, ਸਿੱਖ ਜਿਹੜੇ ਨੇ ਯਾਤਰੀ ਆਉਂਦੇ ਨੇ, ਜਦੋਂ ਪਾਕਿਸਤਾਨ ਆਉਂਦੇ ਹੋਣ ਦੇ ਤੇ ਇਹਨਾਂ ਦੀ ਜਦੋਂ ਘਰੋਂ ਨਿਕਲਦੇ ਹੋਣ ਦੇ ਤੇ ਇਹਨਾਂ ਦੀ ਕਿਵੇਂ ਫੀਲਿੰਗਸ ਹੋਣਦੀਆਂ, ਇਹ ਕੀ ਸੋਚ ਕੇ ਆਉਂਦੇ ਹੋਣ। ਜਿਵੇਂ ਬੱਚੇ ਬਜ਼ੁਰਗ ਸਾਡੀਆਂ ਮਾਵਾਂ ਭੈਣਾਂ ਜਿਹੜੇ ਯਾਤਰੀ ਆਈਆਂ ਨੇ ਇਹਨਾਂ ਦੀ ਉਹਨੂੰ ਕੀ ਫੀਲਿੰਗਸ ਹੋਣਦੀਆਂ ਜਦੋਂ ਇਹ ਆਪਣੇ ਘਰਾਂ ਵਿੱਚੋਂ, ਪੰਜਾਬ ਵਿੱਚੋਂ, ਕੈਨੇਡਾ ਵਿੱਚੋਂ, ਪੂਰੀ ਦੁਨੀਆ ਦੇ ਵਿੱਚੋਂ ਇਹ ਲੋਕ ਇੱਥੇ ਆਉਂਦੇ ਨੇ। ਯਕੀਨ ਕਰੋ ਜਦੋਂ ਅਸੀਂ ਇਹਨਾਂ ਦੀਆਂ ਬੱਸਾਂ ਵੇਖਦੇ ਹਾਂ, ਇਹਨਾਂ ਬਜ਼ੁਰਗਾਂ ਦੀਆਂ ਬੱਸਾਂ ਪਾਕਿਸਤਾਨ ਦੀਆਂ ਰੋਡਾਂ ਉੱਤੇ ਵੇਖਦੇ ਹਾਂ ਤਾਂ ਸਾਨੂੰ ਇੱਕ ਕਹਿ ਲਓ ਕਿ ਇੱਕ ਬੜੀ ਹੀ ਜਿਹੜੀ ਇਹ ਅਜੀਬੋ ਗਰੀਬ ਜਿਹੜੀ ਫੀਲਿੰਗਸ ਹੁੰਦੀਆਂ ਨੇ। ਸ਼ਾਇਦ ਜਿਹੜਾ ਵੇਖੋ ਜਿਵੇਂ ਆ ਕੇ ਇਸ਼ਨਾਨ ਕਰ ਰਹੇ ਨੇ ਸਿੱਖ ਯਾਤਰੀ ਆਪਣੇ ਬੱਚਿਆਂ ਦੇ ਨਾਲ, ਅਤੇ ਇੱਕ ਬੜੀ ਇੱਕ ਤੁਸੀਂ ਕਹਿ ਲਓ ਕਿ ਇਹ ਉਹ ਫੀਲਿੰਗ ਜਿਹਨੂੰ ਕੋਈ ਨਾਂ ਨਹੀਂ ਦਿੱਤਾ ਜਾ ਸਕਦਾ। ਲੱਖਾਂ ਜਿਹੜੇ ਸਿੱਖ ਨੇ ਪੂਰੀ ਦੁਨੀਆ ਦੇ ਵਿੱਚ ਜਦੋਂ ਫਿਰ ਇਹਨੂੰ ਵੇਖਦੇ ਨੇ, ਖ਼ਾਸ ਤੌਰ 'ਤੇ ਮੈਂ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਈਵੈਂਟ ਆਉਂਦਾ ਉਹਨੂੰ ਰਿਕਾਰਡ ਕਰੀਦਾ। ਰਿਕਾਰਡ ਕਰਨ ਤੋਂ ਬਾਅਦ ਉਹਨਾਂ ਤਮਾਮ ਸਿੱਖਾਂ ਤੱਕ ਪਹੁੰਚਾਇਆ ਜਾਂਦਾ ਹੈ ਕਿ ਜਿਹੜੇ ਦੁਨੀਆ ਭਰ 'ਤੇ ਜਿਹੜੇ ਨੇ ਉਹ ਆ ਤਾਂ ਨਹੀਂ ਸਕਦੇ। ਬਹੁਤ ਸਾਰੇ ਸਿੱਖ ਨੇ ਜਿਹੜੇ ਪੂਰੀ ਜ਼ਿੰਦਗੀ ਪਾਕਿਸਤਾਨ ਨਹੀਂ ਆ ਸਕੇ, ਨਾ ਹੀ ਆ ਸਕਦੇ ਨੇ। ਬਹੁਤ ਤਰ੍ਹਾਂ ਦੇ ਮਸਾਇਲ ਹੁੰਦੇ ਨੇ ਇੰਡੀਆ ਵਿੱਚ, ਪੂਰੀ ਦੁਨੀਆ ਦੇ ਵਿੱਚ ਆਉਣਾ, ਵੀਜ਼ਾ, ਉਹ ਫਿਨਾਂਸ ਪ੍ਰੋਬਲਮ, ਜਾਂ ਤੁਸੀਂ ਕਹਿ ਲਓ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਕਿਸਮਤ ਅਤੇ ਲੱਕ। ਉਹ ਜਿਵੇਂ ਆਖਦੇ ਨਾ ਜਿਹਨੂੰ ਗੁਰੂ ਬੁਲਾਉਂਦਾ ਆਉਂਦਾ ਤਾਂ ਉਹ ਹੋਵੇ। ਅਤੇ ਇਸ ਪਾਰੋਂ ਜਿਹੜਾ ਹੈ ਜਦੋਂ ਇਹ ਸਿੱਖ ਯਾਤਰੀ ਆਉਂਦੇ ਨੇ ਔਰ ਇਹਨਾਂ ਦੀਆਂ ਟੋਲੀਆਂ, ਇਹਨਾਂ ਦੀਆਂ ਗੱਡੀਆਂ ਔਰ ਉਹਨਾਂ ਵਾਸਤੇ ਜਦੋਂ ਪਾਕਿਸਤਾਨ ਦੇ ਵਿੱਚ ਇੰਤਜ਼ਾਮਾਤ ਹੁੰਦੇ ਨੇ, ਯਕੀਨ ਕਰੋ ਇਹ ਉਹ ਦੱਸ ਸਕਦਾ ਜਿਹੜਾ ਆਉਂਦਾ ਜਾਂ ਜਿਹੜਾ ਇਹਨੂੰ ਓਬਜ਼ਰਵ ਕਰ ਰਿਹਾ ਹੁੰਦਾ ਜਾਂ ਜਿਹਦੇ ਵਿੱਚ ਇਸ ਤਰ੍ਹਾਂ ਦੀਆਂ ਫੀਲਿੰਗਸ ਹੁੰਦੀਆਂ ਨੇ। ਅਤੇ ਬਹਰਹਾਲ ਜਿਹੜਾ ਜੋੜ ਮੇਲਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਔਰ ਉਹ ਹਸਨ ਅਬਦਾਲ ਦੇ ਵਿੱਚ ਜਿਹੜਾ ਹੈ ਉਹ ਸ਼ੁਰੂ ਹੋ ਚੁੱਕਾ ਹੈ ਔਰ ਦੁਨੀਆ ਭਰ ਤੋਂ ਜਿਹੜੇ ਨੇ ਜੋੜ ਮੇਲਾ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਸਿੱਖ ਯਾਤਰੀ ਜਿਹੜੇ ਨੇ ਉਹ ਆ ਰਹੇ ਨੇ। ਔਰ ਇਹਨਾਂ ਸਿੱਖ ਯਾਤਰੀਆਂ ਦੀ ਜਿਹੜੀ ਤਾਦਾਦ ਹੈ ਉਹ ਤਕਰੀਬਨ 800 ਤੋਂ ਜ਼ਾਇਦ ਸਿੱਖ ਯਾਤਰੀ ਜਿਹੜੇ ਨੇ ਹਸਨ ਅਬਦਾਲ ਪਹੁੰਚੇ ਨੇ। ਜਿਹੜੀ ਇੰਤਜ਼ਾਮੀਆ ਜਿਹੜੀ ਹੈ ਬੜੀ ਐਕਟਿਵ ਹੈ ਔਰ ਉਹਨਾਂ ਨੇ ਇਹਨਾਂ ਯਾਤਰੀਆਂ ਦੇ ਇੰਤਜ਼ਾਮਾਤ ਵਾਸਤੇ ਜਿਹੜਾ ਹੈ ਹਰ ਤਰ੍ਹਾਂ ਦੇ ਇੰਤਜ਼ਾਮਾਤ ਜਿੰਨੇ ਜੋ ਕਿ ਪਾਕਿਸਤਾਨ ਹੈਗਾ ਆਪਣੀ ਵਸਾਤ ਨਾਲ ਵੱਧ ਕੇ ਕਰਦੇ ਨੇ। ਔਰ ਜਦੋਂ ਇਹ ਤੁਹਾਡੇ ਲਾਸਟ 'ਤੇ ਉਹਨਾਂ ਸਿੱਖ ਯਾਤਰੀਆਂ ਦੀਆਂ ਫੀਲਿੰਗਸ, ਉਹਨਾਂ ਦੇ ਅਹਿਸਾਸਾਤ ਔਰ ਪਾਕਿਸਤਾਨ ਦੇ ਵਿੱਚ ਕਿਆਮ ਦੇ ਦੌਰਾਨ ਉਹਨਾਂ ਦੇ ਫੀਲਿੰਗ ਜਿਹੜੀਆਂ ਉਹ ਵੀ ਸ਼ੇਅਰ ਕਰਾਂਗੇ ਕਿ ਉਹ ਕਿਸ ਤਰ੍ਹਾਂ ਉਹਨਾਂ ਪਾਕਿਸਤਾਨ ਦੇ ਵਿੱਚ ਉਹ ਦਿਨ ਗੁਜ਼ਾਰਦੇ ਨੇ ਔਰ ਜਿਹੜੇ ਇੱਥੇ ਸਿਕਿਉਰਿਟੀ ਦੇ ਇੰਤਜ਼ਾਮਾਤ ਨੇ, ਪਾਕਿਸਤਾਨੀਆਂ ਦਾ ਜਿਹੜਾ ਇੱਥੇ ਉਹਨਾਂ ਦਾ ਹੁਸਨ ਸਲੂਕ ਹੈ, ਬਿਹੇਵੀਅਰ ਹੈ, ਉਹ ਕਿਸ ਤਰ੍ਹਾਂ ਦਾ ਹੁੰਦਾ ਹੈ। ਜ਼ਿਆਦਾਤਰ ਜਿਹੜੇ ਇੰਡੀਆ 'ਚੋਂ ਸਿੱਖ ਯਾਤਰੀ 800 ਸਿੱਖ ਯਾਤਰੀ ਇੰਡੀਆ ਤੋਂ ਪਹੁੰਚੇ, ਇਸ ਤੋਂ ਇਲਾਵਾ ਦੁਨੀਆ ਭਰ ਤੋਂ ਵੀ ਸਿੱਖ ਯਾਤਰੀ ਜਿਹੜੇ ਨੇ ਬਾਬੇ ਜਦੋਂ ਆਪਣੇ ਪਿੰਡਾਂ 'ਚ ਜਾਣ ਦੇ ਤੋਂ ਪ੍ਰਸਾਦ ਚੱਕ ਕੇ ਆਪਣੇ ਪਿੰਡਾਂ 'ਚ ਜਾ ਕੇ ਫੀਲਿੰਗਸ ਦੱਸਣ ਦੇ, ਕੋਈ ਨਾ ਕੋਈ ਜਾ ਕੇ ਸੁਗਾਤ ਵੀ ਨਨਕਾਣੇ ਦੀ ਜਾ ਕੇ ਪਿੰਡਾਂ 'ਚ ਦੇਣ ਦੇ, ਤਾਂ ਸੋਚੋ ਯਾਰ ਇਹ ਕੀ ਫੀਲਿੰਗਸ ਹੋਣਗੀਆਂ। ਬਹਰਹਾਲ ਤੁਹਾਨੂੰ ਸਾਰਿਆਂ ਨੂੰ ਜਿਹੜਾ ਇਹ ਮੇਲਾ ਜਿਹੜਾ ਮੁਬਾਰਕ ਹੋਵੇ। ਸਿੱਖ ਯਾਤਰੀ ਪੂਰੀ ਦੁਨੀਆ ਦੇ ਵਿੱਚੋਂ ਜਿੱਥੋਂ ਸਾਡੇ ਨਾਲ ਜੁੜੇ ਨੇ, ਇਸ ਚੈਨਲ ਦੀ ਵਸਾਤ ਦੇ ਨਾਲ ਸਾਡੇ ਨਾਲ ਜੁੜੇ ਨੇ, ਉਹਨਾਂ ਸਾਰਿਆਂ ਨੂੰ ਸਾਡਾ ਪਿਆਰਾ। ਵੇਖੋ ਅੱਜ ਜਦੋਂ ਲੰਗਰ ਪੱਕਦਾ ਹੈ ਅਤੇ ਆ ਪ੍ਰਸਾਦ ਬਣਨ ਤੋਂ ਪਹਿਲਾਂ ਤਮਾਮ ਜਿਹੜੀਆਂ ਸਾਡੀਆਂ ਜਿਹੜੀਆਂ ਸਿੱਖ ਯਾਤਰੀ ਸਾਡੀਆਂ ਖਵਾਤੀਨ ਆਉਂਦੀਆਂ ਨੇ, ਮਾਵਾਂ ਭੈਣਾਂ ਆਉਂਦੀਆਂ ਨੇ, ਖਾਸ ਕਰ ਜਿਹੜੇ ਨੇ ਉਹ ਚੰਗੀ ਤਰ੍ਹਾਂ ਜਿਹੜੇ ਨੇ ਇੱਥੇ ਆਪਣੇ ਇੰਡੀਆ ਦੇ ਪੰਜਾਬੀ ਰਹਿਣ ਵਾਲੇ ਨੇ, ਉਹਨਾਂ ਨੂੰ ਵੀਜ਼ੇ ਦੀ ਹਸੂਲ ਦੇ ਵਿੱਚ ਜਿਹੜਾ ਵੀਜ਼ਾ ਲਗਵਾਉਣਾ ਹੁੰਦਾ ਪਾਕਿਸਤਾਨ ਦਾ। ਹੁਣ ਵੈਸੇ ਅਗਰ ਇੱਕ ਛੋਟੀ ਜਿਹੀ ਗੱਲ ਹੈ, ਇਹਦੇ ਤੋਂ ਤੁਸੀਂ ਸਾਰੇ ਜਿਹੜੇ ਸਿੱਖ ਜੇ ਭਰਾ ਸਾਡੇ ਜੇ ਇਹਦੇ 'ਤੇ ਐਗਰੀ ਤੁਸੀਂ ਕਰੋ ਅਤੇ ਪੰਜਾਬੀ ਵੀ ਜੇ ਇੱਕ ਮਾਂ ਬੋਲੀ ਵੀ ਸਾਡੀ ਇੱਕੋ ਹੋਵੇ ਅਤੇ ਧਰਤੀ ਵੀ ਇੱਕੋ ਹੋਵੇ ਅਤੇ ਲਹਿੰਦਾ ਚੜ੍ਹਦਾ ਵੈਸੇ ਹੋ ਗਿਆ। ਚਲੋ ਪੂਰੇ ਅਗਰ ਬਰੇ ਸਦੀਕੀਰ ਦੀ ਤਕਸੀਮ ਹੋਈ ਹੈ ਤਾਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਹੀ ਹੋਇਆ ਔਰ ਕਿਸੇ ਦਾ ਨਹੀਂ ਹੋਇਆ। ਚਲੋ ਜੋ ਵੀ ਚੀਜ਼ ਹੈ, ਲੇਕਿਨ ਇੱਕ ਚੀਜ਼ ਇਹ ਵੀ ਕਿ ਤੁਸੀਂ ਸਾਰੇ ਇਸ ਚੀਜ਼ ਤੋਂ ਐਗਰੀ ਕਰੋ ਦੇ ਕਿ ਜਿੱਦਾਂ ਕਰੀਬ ਤੁਹਾਨੂੰ ਇਹ ਸਾਰੇ ਤੁਹਾਡੇ ਮਜ਼ਹਬੀ ਜਿਹੜੇ ਨੇ ਜਿੰਨੇ ਵੀ ਮਜ਼ਹਬੀ ਤੁਹਾਡੇ ਥਾਵਾਂ ਨੇ ਪੰਜਾਬ ਤੋਂ ਜਿੰਨੀਆਂ ਨਜ਼ਦੀਕ ਨੇ, ਅਗਰ ਰਾਹ ਖੋਲ੍ਹ ਦਿੱਤੇ ਜਾਣ, ਸਿੱਖ ਜਿਹੜਾ ਰਿਲੀਜੀਅਸ ਟੂਰਿਜ਼ਮ ਹੈ ਇਹਨੂੰ ਫਰੋਗ ਦਿੱਤਾ ਜਾਵੇ ਅਤੇ ਪੰਜਾਬ ਦੇ ਵਿੱਚ ਬੰਦਾ ਸਵੇਰੇ ਉਹ ਜਿਹੜਾ ਸਕੂਟਰ ਹੈ, ਪਾਕਿਸਤਾਨੀ ਸਕੂਟਰ ਕਹਿੰਦੇ ਨੇ, ਤੁਹਾਡੇ ਕੋਲ ਬੁਲਟ ਕਹਿੰਦੇ ਨੇ ਜਾਂ ਟਰੈਕਟਰ ਹੀ ਕਹਿ ਲਵੋ, ਉਹਦੇ ਉੱਤੇ ਕਿੱਕ ਮਾਰੀ ਹੋਵੇ ਅਤੇ ਅੱਖਾਂ ਬੰਦ ਕਰਕੇ ਬੰਦਾ ਆ ਜਾਵੇ ਅਤੇ ਸਿੱਧਾ ਆ ਕੇ
ਜਿਹੜਾ ਇਹ ਬੰਦਾ ਮੱਥਾ ਟੇਕੇ ਲਾਹੌਰ ਟੇਕ ਸਕਦੇ ਜੇ। ਹੁਣ ਤਾਂ ਜਿਹੜਾ ਹਸਨ ਅਬਦਾਲ ਆ ਸਕਦੇ ਜੇ। ਨਨਕਾਣਾ ਸਾਹਿਬ, ਨਨਕਾਣਾ ਅਗਰ ਤੁਸੀਂ ਪੰਜਾਬ 'ਚੋਂ ਆਉਂਦੇ ਜੇ, ਅਗਰ ਤੁਸੀਂ ਬੁਲਟ 'ਤੇ ਵੀ ਆਉਂਦੇ ਜੇ ਨਾ, ਅਗਰ ਬੁਲਟ ਲਿਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ, ਜਿਹੜੇ ਸਿੱਖ ਬਜ਼ੁਰਗ ਨੇ ਵੀਜ਼ੇ ਦਾ ਹਸੂਲ ਜਿਹੜਾ ਹੈ ਉਹ ਆਸਾਨ ਬਣਾ ਦਿੱਤਾ ਜਾਵੇ। ਇਸ ਮੌਕੇ 'ਤੇ ਪੰਜਾਬ ਪੁਲਿਸ ਦੀਆਂ ਗੱਡੀਆਂ, ਐਲੀਟ ਫੋਰਸ ਕਮਾਂਡੋਜ਼ ਦੇ ਜਵਾਨ ਜਿਹੜੇ ਨੇ ਉਹ ਤਾਇਨਾਤ ਕੀਤੇ ਗਏ ਨੇ ਸਿੱਖ ਯਾਤਰੀਆਂ ਦੀ ਜਿਹੜੀ ਹਿਫਾਜ਼ਤ ਵਾਸਤੇ। ਤੇ ਯਕੀਨ ਕਰੋ, ਅਗਰ ਇਹ ਚੀਜ਼ ਨੂੰ ਆਸਾਨ ਬਣਾ ਦਿੱਤਾ ਜਾਵੇ, ਇਹ ਚੀਜ਼ ਨੂੰ ਅਗਰ ਆਸਾਨ ਬਣਾ ਦਿੱਤਾ ਜਾਵੇ ਕਿ ਜਦੋਂ ਕਿਸੇ ਦਾ ਦਿਲ ਕਰੇ ਉਹ ਜਿਹੜਾ ਆਵੇ, ਉਹ ਆ ਕੇ ਆਪਣਾ ਦੀਦਾਰ ਕਰ ਜਾਵੇ, ਮੱਥਾ ਟੇਕ ਜਾਵੇ, ਤੇ ਕਿੱਡਾ ਸੌਖਾ ਤੇ ਕਿੱਡਾ ਆਸਾਨ ਹੋਵੇ। ਇੰਡੀਆ ਦੇ ਵਿੱਚੋਂ ਮਾਰੇ ਕਿੱਕ ਤੇ ਸਿੱਧਾ ਆ ਕੇ ਸਾਹ ਲਵੇ, ਨਨਕਾਣੇ ਆ ਕੇ ਸਾਹ ਲਵੇ। ਤੇ ਕਰਤਾਰਪੁਰ ਤਾਂ ਇੰਡੀਆ ਦੇ ਵਿੱਚੋਂ ਤੁਸੀਂ ਖਲੋ ਕੇ ਵੇਖ ਸਕਦੇ ਜੇ, ਉਹ ਤਾਂ ਤੁਹਾਨੂੰ ਮੇਰੇ ਹਿਸਾਬ ਨਾਲ ਤੁਸੀਂ ਸਾਈਕਲ 'ਤੇ ਵੀ ਕਰਤਾਰਪੁਰ ਆ ਸਕਦੇ ਜੇ। ਤੇ ਇਹ ਚੀਜ਼ਾਂ ਇੰਝ ਦੀਆਂ ਨੇ ਕਿ ਸਾਨੂੰ ਇਹਦੇ 'ਤੇ ਇੱਕ ਅਸੀਂ ਕੀ ਕਰੀਏ, ਸਿਆਸਤ ਹੈ, ਰਾਜਨੀਤੀ ਹੈ। ਰਾਜਨੀਤੀ ਨੇ ਇਨਸਾਨਾਂ ਨੂੰ ਵੰਡ ਦਿੱਤਾ ਹੈ, ਇਨਸਾਨਾਂ ਦੇ ਦਿਲ ਜਿਹੜੇ ਨੇ ਜਿਹੜੇ ਜੁੜ ਸਕਦੇ ਆ ਉਹਨਾਂ ਨੂੰ ਤੋੜ ਦਿੱਤਾ ਹੈ, ਔਰ ਐਸੀਆਂ ਰੁਕਾਵਟਾਂ ਪਾ ਦਿੱਤੀਆਂ। ਵੇਖੋ ਹੁਣ ਤੁਸੀਂ ਯੂਰਪ ਰਹਿੰਦੇ ਜੇ, ਜਿਹੜੇ ਖਾਸ ਤੌਰ 'ਤੇ ਸਿੱਖ ਯਾਤਰੀ ਨੇ ਜਿਹੜੇ ਯੂਰਪ ਰਹਿ ਰਹੇ ਨੇ, ਸਾਰੇ ਸਿੱਖ ਕੈਨੇਡਾ ਰਹਿ ਰਹੇ ਨੇ ਜਾਂ ਯੂਰਪ ਵਗੈਰਾ ਰਹਿ ਰਹੇ ਨੇ। ਯੂਰਪ ਦੇ ਮੁਲਕਾਂ ਦੇ ਵਿੱਚ ਟਰੈਵਲਿੰਗ ਕਰਨੀ ਕਿੱਡੀ ਆਸਾਨ ਹੈ। ਉਹ ਮੁਲਕ ਦੇ ਨਾਲ ਮੁਲਕ ਦੇ ਪਤਾ ਨਹੀਂ ਲੱਗਦਾ, ਇੱਕ ਮੁਲਕ ਤੋਂ ਤੁਸੀਂ ਦੂਸਰੇ ਮੁਲਕ ਵੜ ਜਾਂਦੇ ਜੇ। ਔਰ ਇੱਕ ਇਹ ਪੰਜਾਬ ਦੇ ਲੋਕੀ ਨੇ, ਪੰਜਾਬ ਦੇ ਸਿੱਖ ਨੇ, ਉਹਨਾਂ ਨੂੰ ਪਾਕਿਸਤਾਨ ਆਉਣਾ ਹੋਵੇ 100 ਤਰ੍ਹਾਂ ਦੇ ਮਾਮਲਾ ਜਿਹੜੇ ਨੇ ਸਹਿਣੇ ਪੈਂਦੇ ਨੇ। ਬਹਰਹਾਲ ਇਹ ਇੱਕ ਮੰਗ ਵੀ ਸਾਡੀ ਪੂਰੀ ਪੰਜਾਬੀਆਂ ਦੀ ਮੰਗ ਹੈ ਕਿ ਸਾਨੂੰ ਮਿਲਣ ਦਾ ਦਿੱਤਾ ਜ਼ਾਲਮੋ, ਸਾਨੂੰ ਮਿਲਣ ਦਾ ਦਿਆ ਕਰੋ। ਤੇ ਬੜੇ ਸਾਡੇ ਵੀ ਦੋਸਤ ਪੰਜਾਬ ਵਿੱਚ ਨੇ, ਜਿਹੜੇ ਸਾਡੇ ਕੁਲੀਗ ਵੀ ਰਹਿਣ ਦੇ। ਯਕੀਨ ਕਰੋ, ਜਦੋਂ ਅਸੀਂ ਉਹਨਾਂ ਨੂੰ ਓਵਰਸੀਜ਼ ਮਿਲੇ, ਉੱਥੇ ਜਦੋਂ ਅਸੀਂ ਉਹਨਾਂ ਨੂੰ ਮਿਲਦੇ ਸਾਂ ਤੇ ਇੱਕੋ ਵਰਗੀ ਸਾਡੀ ਬੋਲੀ ਹੁੰਦੀ ਸੀ, ਜਿਹੜੀ ਚਸ ਬਾਈਦੀ ਸੀ ਨਾ ਉਸ ਬੋਲੀ ਦੀ। ਔਰ ਜਦੋਂ ਅਸੀਂ ਮਿਲਦੇ ਸਾਂ ਤੇ ਉੱਥੇ ਕੋਈ ਨਜ਼ਾਰੇ ਹੀ ਹੋਰ ਹੁੰਦੇ ਸਾਂ। ਉਹ ਪਤਾ ਲੱਗਾ ਸਾਡਾ ਦੋਸਤ ਰਾਜਕੁਮਾਰ ਹੁੰਦਾ ਸੀ, ਸ਼ਰਮਾ ਜੀ ਹੁੰਦੇ ਸਾਂ, ਤੇ ਇਹ ਜਿਹੜੇ ਸਾਰੇ ਸਾਂ, ਇੱਕ ਸਾਡਾ ਬੇਲੀ ਉੱਥੇ ਸਨੀ ਵੀ ਹੁੰਦਾ ਸੀ। ਇਹ ਸਾਰੇ ਜਿਹੜੇ ਨੇ ਇਹ ਪੰਜਾਬ ਤੋਂ, ਜਿੱਥੇ ਸਾਡਾ ਪਿੰਡ ਹੈ ਲਾਹੌਰ ਦੇ ਨਾਲ, ਤੇ ਉਧਰੋਂ ਉਹਨਾਂ ਦਾ ਪਿੰਡ ਹੈ ਮੋਹਾਲੀ ਦੇ ਨਾਲ, ਇਹ ਸਾਰੇ ਤਕਰੀਬਨ ਕਹਿ ਲਓ ਕਿ ਕਿੰਨਾ ਫਾਸਲਾ ਹੈ, 45 ਤੋਂ 50 ਕਿਲੋਮੀਟਰ ਦੇ ਫਾਸਲੇ 'ਤੇ ਦੋਵੇਂ ਪਿੰਡ, ਸਾਡਾ ਪਿੰਡ ਤੇ ਉਹਨਾਂ ਦਾ ਪਿੰਡ ਹੈ। ਮੈਨੂੰ ਕਹਿ ਲਓ ਬਾਰਡਰ ਦੇ ਕੋਲ ਨੇ। ਅਗਰ ਅਸੀਂ ਆਉਣਾ ਜਾਣਾ ਚਾਹੀਏ, ਅਗਰ ਸਾਨੂੰ ਇਹ ਚੀਜ਼ ਦੀ ਇਜਾਜ਼ਤ ਮਿਲੇ ਤਾਂ ਕਿੱਡੀ ਛੇਤੀ ਅਸੀਂ ਆਰ ਪਾਰ ਹੋ ਸਕਨੇ ਹਾਂ, ਮਿਲ ਸਕਨੇ ਹਾਂ। ਉਹ ਸਾਡੇ ਲਈ ਆਉਣ, ਅਸੀਂ ਉੱਧਰ ਜਾਈਏ। ਲੇਕਿਨ ਰਾਜਨੀਤਿਕ ਜਿਹੜਾ ਇੱਕ ਜਾਲ ਜਿਹੜਾ ਵਿਛਾਇਆ ਗਿਆ ਸਾਡੇ 'ਤੇ, ਉਹ ਬੜਾ ਖਤਰਨਾਕ ਹੈ। ਉਹਨੇ ਫੜ ਕੇ ਸਾਨੂੰ ਅੱਡ ਕਰ ਦਿੱਤਾ ਹੈ। ਅੱਡ ਠੀਕ ਹੈ, ਸਰਹੱਦਾਂ ਮੁਲਕ ਬਣ ਗਿਆ, ਸਰਹੱਦਾਂ ਬਣ ਗਈਆਂ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਯਾਰ ਇਹ ਮਿਲਣ ਤਾਂ ਦਿਆ ਕਰੋ ਜ਼ਾਲਮੋ। ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੈਂਟਰਲ ਕੋਆਪਰੇਟਿਵ ਬੈਂਕ ਪਟਿਆਲਾ ਤੋਂ ਡਾਇਰੈਕਟਰ ਭਰਪੂਰ ਸਿੰਘ ਇੰਡੀਆ। ਅਸੀਂ ਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ 'ਤੇ ਅਸੀਂ ਆਪਣਾ ਜਥਾ ਲੈ ਕੇ ਆਏ ਹਾਂ। ਇੱਥੋਂ ਦਾ ਪਾਕਿਸਤਾਨ ਦਾ ਪਿਆਰ ਦੇਖ ਕੇ ਸਾਡਾ ਮਨ ਬਹੁਤ ਇਕਾਗਰ ਹੋਇਆ। ਅਸੀਂ ਸਰਕਾਰਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਪਾਕਿਸਤਾਨ ਦੀ ਔਰ ਇੰਡੀਆ ਸਰਕਾਰ ਨੂੰ ਇਹ ਵਾਹਗਾ ਰਾਹੀਂ ਬਾਰਡਰ ਖੋਲ੍ਹ ਕੇ ਇਹ ਦੋਨੇ ਸਰਕਾਰਾਂ ਦਾ ਮੇਲ ਹੋਵੇ, ਇੱਕ ਦੂਜੇ ਨਾਲ ਮੇਲ ਮਿਲਾਪ ਵਧੇ ਅਤੇ ਕਾਰੋਬਾਰ ਵਧੇ। ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जोड़ मेला क्यों मनाया? अच्छा, ਜੋ ਇਹ ਜੋੜ ਮੇਲਾ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾਂਦਾ। ਇੱਥੇ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਅਤੇ ਉਹ ਧਰਮ ਅਤੇ ਜ਼ੁਲਮ ਦੇ ਖਾਤਰ ਲੜੇ। ਇਸ ਕਰਕੇ ਇਹ ਗੁਰਪੁਰਬ ਮਨਾਇਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਟਿਆਲਾ ਖੇੜੀ ਮੁਸਲਮਾਨੀ ਪਿੰਡ ਪੰਜਾਬ ਇੰਡੀਆ ਤੋਂ ਆਏ ਹਾਂ। ਇੱਥੇ ਅਸੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੀ ਸ਼ਹੀਦੀ ਗੁਰਪੁਰਬ 'ਤੇ ਪਾਕਿਸਤਾਨ ਪਹੁੰਚੇ ਹਾਂ। ਪਾਕਿਸਤਾਨ ਦੀ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਅਤੇ ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਪੰਜਾਬ ਸਰਕਾਰ, ਇੰਡੀਆ ਸਰਕਾਰ ਦਾ ਵੀ ਧੰਨਵਾਦ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਸ਼ਹੀਦੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ ਮੰਨੇ ਜਾਂਦੇ ਨੇ, ਕਿਹਾ ਜਾਂਦਾ ਹੈ, ਉਹਨਾਂ ਨੇ ਜਿਹੜੀ ਜ਼ਾਲਮ ਸਰਕਾਰ ਉਸ ਵੇਲੇ ਦੀ ਨਾ ਉਹਨਾਂ ਦੀ ਈਨ ਮੰਨੀ। ਉਹਨਾਂ ਦੇ 3 ਜਿਹੜੇ ਸਵਾਲ ਕੀਤੇ ਸੀ ਵੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਰਤ ਮੁਹੰਮਦ ਦੇ ਕੁਰਾਨ ਦੇ ਸ਼ਬਦ ਲਿਖ ਦਿਓ, ਜਾਂ ਤੁਸੀਂ ਸਾਡੀ ਈਨ ਮੰਨ ਕੇ ਮੁਸਲਮਾਨ ਬਣ ਜਾਓ, ਤੇ ਜਾਂ ਫਿਰ ਤੁਸੀਂ ਇਹ ਜਿਹੜਾ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ।
ਮਹਾਰਾਜ ਨੇ ਕਿਹਾ ਸੀ ਵੀ ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਆ, ਪਰ ਗੁਰਬਾਣੀ ਜਿਹੜੀ ਹੈ ਇਹ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਹੈ। ਇਹਦੇ ਵਿੱਚ ਨਾ ਬਾਦ ਹੈ, ਨਾ ਘਾਟ ਹੈ, ਨਾ ਘਾਟ ਬਾਦ ਹੋਤ ਹੈ। ਇਹ ਜੋ ਅਕਾਲ ਪੁਰਖ ਦੀ ਬਾਣੀ ਹੈ ਇਹਦੇ ਵਿੱਚ ਉਹੀ ਲਿਖਿਆ ਜਾਣਾ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ, ਦੇਗ ਵਿੱਚੋਂ ਬਾਲਿਆ ਗਿਆ। ਆਖਰਕਾਰ ਸਰੀਰ ਤੇ ਛਾਲੇ ਹੋਣ ਤੋਂ ਬਾਅਦ ਗਊ ਦੇ ਮਾਸ ਵਿੱਚ ਜਿਹੜਾ ਮੜਨਾ ਉਹਨਾਂ ਨੂੰ ਅਗਲੇ ਦਿਨ ਤੇ ਜਿਹੜਾ ਤਿਆਰੀ ਕੀਤੀ ਗਈ ਸੀ, ਪਰ ਜਦੋਂ ਮਹਾਰਾਜ ਨੇ ਅੰਤਮ ਇੱਛਾ ਜਿਹੜੀ ਉਹਨਾਂ ਨੇ ਕਿਹਾ ਵੀ ਸਾਰੀ ਇਸ਼ਨਾਨ ਕਰਨਾ, ਰਾਵੀ ਤੇ ਇਸ਼ਨਾਨ ਕੀਤਾ ਤੇ ਉੱਥੇ ਜੋਤੀ ਜੋਤ ਸਮਾ ਗਏ, ਉੱਥੇ ਉਹਨਾਂ ਦਾ ਸੰਸਕਾਰ ਕੀਤਾ। ਕਈ ਇਤਿਹਾਸਕਾਰ ਮੰਨਦੇ ਨੇ। ਤੇ ਉਸ ਚੰਦੂ ਦੀ ਜੀ ਨੂੰਹ ਜਿਹੜੀ ਸੀ, ਚੰਦੂ ਜਿਹੜਾ ਮੁੱਖ ਕਾਰਨ ਸੀ ਇਹਨਾਂ ਦਾ, ਚੰਦੂ ਦੀ ਨੂੰਹ ਨੇ ਇੱਕ ਛਬੀਲ ਮਹਾਰਾਜ ਵਾਸਤੇ ਲਿਆ ਕੇ ਤੇ ਸ਼ਰਬਤ ਲਿਆ ਕੇ ਪਿਲਾਉਣ ਵਾਸਤੇ ਲਿਆਂਦੀ ਸੀ। ਮਹਾਰਾਜ ਨੇ ਉਦੋਂ ਪਰਨ ਕੀਤਾ ਸੀ ਕਿ ਚੰਦੂ ਦੇ ਘਰ ਦਾ ਅਸੀਂ ਕੁਝ ਪੀਣਾ ਨਹੀਂ, ਖਾਣਾ ਨਹੀਂ। ਤੇ ਮਹਾਰਾਜ ਨੇ ਕਿਹਾ ਵੀ ਜਿਹੜੀ ਤੁਸੀਂ ਸ਼ਰਬਤ ਬਣਾਈ ਹੈ, ਇਹ ਸ਼ਰਬਤ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਗਤਾਂ ਪਿਆਇਆ ਕਰਨਗੀਆਂ ਤੇ ਪੀਆ ਕਰਨਗੀਆਂ। ਜਿਵੇਂ ਇੱਧਰ ਦੇਖੋ ਸ਼ਰਬਤ ਤੇ ਲੰਗਰ ਚੱਲਦੇ ਨੇ, ਅਤੇ ਇਹ ਜਿਹੜੀ ਬਹੁਤ ਵੱਡੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਇਹ ਇੱਥੇ ਸਮਾਗਮ ਕੀਤਾ ਜਾਂਦਾ ਹੈ ਸ਼ਹੀਦਾਂ ਦੀ ਯਾਦ ਦੇ ਵਿੱਚ। ਤੇ ਸ਼ਰਬਤ ਦੇ ਲੰਗਰ ਲਾਏ ਜਾਂਦੇ ਨੇ ਚੰਦੂ ਦੀ ਨੂੰਹ ਨੂੰ ਮੁੱਖ ਰੱਖ ਕੇ। ਉਸ ਸਮਾਗਮ ਨੂੰ ਮਨਾਉਣ ਵਾਸਤੇ ਇੱਥੇ ਸਾਰੇ ਆਪਾਂ ਇਕੱਠੇ ਹੋਏ ਆ। ਬਹੁਤ ਸਿੱਖ ਸੰਗਤਾਂ ਜਿਹੜੀਆਂ ਨੇ ਇੱਥੇ ਦੂਰੋਂ ਦੂਰੋਂ, ਪੇਸ਼ਾਵਰ ਤੋਂ, ਹਰਿਆਣੇ ਤੋਂ, ਹਿਮਾਚਲ, ਹੋਰ ਬਹੁਤ ਦੂਰੋਂ ਦੂਰੋਂ ਆ ਕੇ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਨਤਮਸਤਕ ਹੁੰਦੀਆਂ ਹਨ। ਆਪ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।